ਦੋਸਤੋ ਵੇਲੇ ਦੀ ਗੱਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ। ਮੈਂ ਤੁਹਾਡਾ ਮੇਜ਼ਬਾਨ ਨਰਿੰਦਰ ਸਿੰਘ। ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਇੱਕ ਵਾਰ ਫੇਰ ਗੱਲਬਾਤ ਕਰਨ ਲਈ ਅੱਗੇ ਆਉਣ ਲਈ ਕਿਹਾ ਹੈ, ਪਰ ਨਾਲ ਉਹਨਾਂ ਨੇ ਕਿਹਾ ਵੀ ਤੁਸੀਂ ਆਪਣੀਆਂ ਕੁਝ ਖਾਸ ਜਿਹੜੀਆਂ ਖਾਮੀਆਂ ਦੀ ਗੱਲ ਕਰਦੇ ਹੋ ਕਾਨੂੰਨ 'ਚ, ਉਹ ਵੀ ਲੈ ਕੇ ਆਓ। ਪਰ ਸਰਕਾਰ ਖੁਦ ਨਹੀਂ ਦੱਸ ਰਹੀ ਉਹਨੂੰ ਕਿਹੜੀ ਖਾਮੀ ਨਜ਼ਰ ਆਉਂਦੀ ਹੈ। ਅਤੇ ਹੋਰ ਅਸੀਂ ਇਹਦੇ ਨਾਲ ਅਸੀਂ ਕਈ ਹੋਰ ਮੁੱਦਿਆਂ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਉੱਘੇ ਪੱਤਰਕਾਰ ਹਮੀਰ ਜੀ। ਹਮੀਰ, ਤੁਹਾਡਾ ਬਹੁਤ ਸਵਾਗਤ ਹੈ। ਜੀ ਸ਼ੁਕਰੀਆ। ਜਿਵੇਂ ਕਿ ਮੈਂ ਹੁਣੇ ਗੱਲ ਕੀਤੀ ਵੀ ਤੋਮਰ ਹੋਰੀ ਕਹਿ ਰਹੇ ਵੀ ਆ ਜਾਓ ਅਤੇ ਬਾਸ਼ਰਤ ਆਓ, ਇਹ ਕੀ ਮਤਲਬ ਹੋਇਆ? ਅਸਲ 'ਚ ਇੱਕੋ ਹੀ ਰੱਟ ਲੈ ਕੇ ਆਇਆ ਹੋਇਆ ਬੀਜੇਪੀ ਨੇ ਸ਼ੁਰੂ ਤੋਂ ਲੈ ਕੇ, ਜਦੋਂ ਤੋਂ 22 ਜਨਵਰੀ ਤੋਂ ਬਾਅਦ ਅਤੇ ਕਿੰਨਾ ਲੰਮਾ ਸਮਾਂ ਹੋ ਗਿਆ। ਉਸ ਤੋਂ ਬਾਅਦ ਕਿੰਨੀਆਂ ਹੀ ਘਟਨਾਵਾਂ ਵਾਪਰ ਗਈਆਂ, ਕਿੰਨੇ ਬੰਦੇ, ਲਗਭਗ 500 ਤੋਂ ਉੱਪਰ ਤਾਂ ਕਿਸਾਨ ਮਤਲਬ ਸ਼ਹੀਦ ਹੋ ਚੁੱਕੇ ਨੇ ਉਹਦੇ 'ਚ। ਅਤੇ ਜਦੋਂ ਗੱਲਬਾਤ ਟੁੱਟੀ ਸੀ 22 ਜਨਵਰੀ ਦਾ ਲਾਸਟ ਦਿਨ ਸੀ, ਉਹ ਗੱਲਬਾਤ ਸੀ ਜਦੋਂ ਵੀ ਮਤਲਬ ਮਨਿਸਟਰ ਨੇ ਇਹ ਕਿਹਾ ਸੀ ਕਿ ਅਸੀਂ 1.5 ਸਾਲ ਤੱਕ ਇਹਨਾਂ ਨੂੰ ਪੈਂਡਿੰਗ ਕਰ ਦਿੰਦੇ ਹਾਂ, ਹੋਲਡ ਕਰ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਬਾਕੀ ਦੀਆਂ ਚੀਜ਼ਾਂ 'ਤੇ ਇੱਕ ਕਮੇਟੀ ਬਣਾ ਦਿੰਦੇ ਹਾਂ, ਘੱਟੋ ਘੱਟ ਸਮਰਥਨ ਮੁੱਲ ਦੇ ਮਾਮਲੇ ਦੇ ਵਿੱਚ। ਅਤੇ ਕਮੇਟੀ ਦੇ ਵਿੱਚ ਕਿਸਾਨ ਅਤੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਮਾਹਰ ਬਰਾਬਰ ਦੇ ਹੋਣਗੇ, ਅਤੇ ਜੋ ਕਮੇਟੀ ਦੀ ਰਿਕਮੈਂਡੇਸ਼ਨ ਹੋਏਗੀ ਉਹ ਮੰਨ ਲਾਂਗੇ। ਉਦੋਂ ਕਿਸਾਨਾਂ ਨੇ ਇਹ ਕਹਿ ਕੇ ਗੱਲ ਮਤਲਬ ਇਹ ਰੱਦ ਕਰਤੀ ਸੀ ਕਿ ਨਹੀਂ, ਅਸੀਂ ਤਾਂ ਜਦੋਂ ਰਿਪੀਲ ਕਰਨ ਚਾਹੁੰਦੇ ਹਾਂ ਵਾਪਸ, ਜਦੋਂ ਇਹ ਸੰਵਿਧਾਨਕ ਤੌਰ 'ਤੇ ਗਲਤ ਹੈ, ਕੇਂਦਰ ਖੇਤੀ ਦੇ ਖੇਤਰ 'ਚ ਕਾਨੂੰਨ ਨਹੀਂ ਬਣਾ ਸਕਦੀ, ਤਾਂ ਇਹਦਾ ਕੀ ਮਤਲਬ ਹੋਇਆ ਕਿ ਇੰਨਾ ਕੁ ਰੱਖ ਲਓ, ਇੰਨਾ ਕੁ ਨਾ ਰੱਖ ਲਓ। ਜਾਂ ਤਾਂ ਇਹਨੂੰ ਸੰਵਿਧਾਨਕ ਤੌਰ 'ਤੇ ਗੌਰਮੈਂਟ ਚਲੀ ਜਾਵੇ, ਸੁਪਰੀਮ ਕੋਰਟ ਵੀ ਦੱਸੋ ਸਾਡਾ ਰਾਈਟ ਹੈ ਜਾਂ ਨਹੀਂ। ਕਿਸਾਨਾਂ ਨੇ ਕਿਹਾ ਅਸੀਂ ਨਹੀਂ ਜਾਂਦੇ, ਉਹ ਕਹਿੰਦੇ ਉੱਥੇ ਚਲੇ ਜਾਓ। ਉਹ ਕਹਿੰਦੇ ਤੁਹਾਡਾ ਇਹ ਪੋਲੀਟੀਕਲ ਡਿਸੀਜਨ ਹੈ, ਅਸੀਂ ਕੋਰਟਾਂ 'ਚ ਕਿਉਂ ਜਾਈਏ, ਪੋਲੀਟੀਕਲੀ ਤੁਸੀਂ ਕਿਉਂ ਨਹੀਂ ਇਹਨੂੰ ਹੱਲ ਕਰ ਸਕਦੇ, ਔਰ ਹੱਲ ਕਰਨਾ ਚਾਹੀਦਾ। ਹੁਣ ਉਦੋਂ ਬਾਅਦ ਜਦੋਂ ਲਗਾਤਾਰ ਕੋਈ ਗੱਲਬਾਤ ਹੁੰਦੀ ਹੈ, ਫਿਰ ਪਾਰਲੀਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਕਿ ਅਸੀਂ ਇੱਕ ਫੋਨ ਕਾਲ ਦੂਰ ਹਾਂ, ਜਦ ਮਰਜ਼ੀ ਗੱਲਬਾਤ ਹੋ ਜਾਏਗੀ। ਉਦੋਂ ਬਾਅਦ ਫਿਰ ਇੱਕੋ ਹੀ ਗੱਲ ਫੜ ਲਈ ਅਸਲ 'ਚ ਉਹਨਾਂ ਨੇ ਕਿ ਇਹਨਾਂ ਬਿੱਲਾਂ 'ਚ ਕਾਲਾ ਕੀ ਹੈ ਸਾਨੂੰ ਤਾਂ ਪਤਾ ਨਹੀਂ, ਇਹਦੇ 'ਚ ਕੋਈ ਗਲਤੀ ਕੀ ਹੈ ਸਾਨੂੰ ਤਾਂ ਪਤਾ ਨਹੀਂ। ਜਿਹੜੀਆਂ ਪਹਿਲਾਂ ਗੱਲ ਹੋਈ 11 ਵਾਰ, ਉਹਦੇ 'ਚ ਕਿੰਨੀਆਂ ਗੱਲਾਂ ਤਾਂ ਇਹਦਾ ਮਤਲਬ ਕਿਸਾਨਾਂ ਨਾਲ ਡਿਸਕਸ ਹੋਈ ਹੋਣੀਆਂ, ਤਾਂ ਹੀ ਹੋਇਆ ਹੋਣਾ ਨਾ ਵੀ ਇੰਨੀਆਂ 15-16 ਸੋਧਾਂ ਕਰ ਲੈਂਦੇ ਆ। ਜੇ ਸੋਧਾਂ ਕਰਨ ਦੀ ਗੱਲ ਆਈ ਆ ਤਾਂ ਚਰਚਾ 'ਚੋਂ ਆਈ ਹੋਣੀ ਆ, ਤੁਸੀਂ ਤਾਂ ਪਹਿਲਾਂ ਹੀ ਡਿਫੈਂਡ ਕਰਦੇ ਸੀ ਕਿ ਨਹੀਂ ਇਹ ਠੀਕ ਗੱਲ ਹੈ। ਇੱਕ ਤਾਂ ਉਹ ਬਿਰਤਾਂਤ ਹੀ ਆਪਣੇ ਆਪ ਦੇ ਵਿੱਚ ਮਤਲਬ ਭਰੋਸੇਯੋਗ ਨਹੀਂ ਹੈ ਜਦੋਂ ਤੁਸੀਂ ਇੱਕ ਗੱਲ ਕਰਕੇ ਉਦੋਂ ਪਿੱਛੇ ਹਟਦੇ ਹੋ। ਦੂਜੀ ਗੱਲ ਇਹ ਹੈ ਕਿ ਜਿੰਨੀ ਕਿਸਾਨਾਂ ਨਾਲ ਗੱਲ ਹੋ ਗਈ ਸੀ, ਮੰਨ ਲਓ 2 ਗੱਲਾਂ 'ਤੇ ਤਾਂ ਇਹਨਾਂ ਨੇ ਮੰਨ ਲਿਆ ਸੀ ਪਹਿਲਾਂ ਹੀ ਕਿ ਇੱਕ ਬਿਜਲੀ ਐਕਟ ਜਿਹੜਾ ਉਹ ਅਸੀਂ ਨਹੀਂ ਲਿਆਵਾਂਗੇ ਪਾਰਲੀਮੈਂਟ 'ਚ, ਉਹਨੂੰ ਲਾਗੂ ਨਹੀਂ ਕਰਾਂਗੇ ਕਿਸੇ ਵੀ ਰੂਪ ਦੇ ਵਿੱਚ। ਇੱਕ ਇਨਵਾਇਰਨਮੈਂਟ 'ਤੇ ਜਿਹੜਾ ਉਹ ਜੁਰਮਾਨਾ ਲਾਇਆ ਸੀ ਵੀ ਖੇਤੀ ਖੇਤਰ ਨੂੰ ਬਾਹਰ ਕੱਢ ਦਾਂਗੇ ਉਹਦੇ 'ਚੋਂ। ਅਤੇ ਹੁਣ ਅਸਿੱਧੇ ਤਰੀਕੇ ਨਾਲ ਬਿਜਲੀ ਐਕਟ ਵੀ ਖੇਤੀ ਦੇ ਖੇਤਰ ਦੇ ਵਿੱਚ ਲਾਗੂ ਕਰ ਰਹੇ ਨੇ ਵੱਖ-ਵੱਖ ਤਰੀਕੇ ਦੇ ਨਾਲ। ਮੈਂ ਤਾਂ ਕਾਨੂੰਨ ਚਾਹੇ ਨਹੀਂ ਲਿਆ ਰਹੇ, ਪਰ ਸੂਬਾ ਸਰਕਾਰਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਬਿਜਲੀ ਸਬਸਿਡੀ ਦਾ ਇਹ ਤਰੀਕਾ ਅਪਣਾਓ। ਅਤੇ ਉਹ ਸਾਰੀ ਗੱਲ ਦੇ ਵਿੱਚੋਂ ਇਹ ਲੱਗਦਾ ਕਿ ਜਿਹੜਾ ਇੱਕ ਮਤਲਬ ਮੈਂ ਨਾ ਮਾਨਣ ਵਾਲੀ ਜਾਂ ਗੱਲਬਾਤ ਤੋਂ ਟਰਕਾਉਣ ਵਾਲੀ ਚੀਜ਼ ਹੈ। ਤਾਂ ਗੱਲਬਾਤ ਕਿਸਾਨਾਂ ਨੇ ਇੱਕ ਚਿੱਠੀ ਲਿਖੀ ਸੀ ਕਾਫੀ ਲੰਮਾ ਸਮਾਂ ਉਡੀਕ ਕੇ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ, ਆਹ ਸਾਡਾ ਗੱਲ ਹੈ ਅਤੇ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ। ਉਹਦੇ ਜਵਾਬ ਦੇ ਵਿੱਚ ਅਜੇ ਤੱਕ ਇੱਕ ਗੱਲ ਤਾਂ ਇੱਕ ਕਾਮਨ ਸੈਂਸ ਦੀ ਗੱਲ ਹੈ, ਇੱਕ ਜਮਹੂਰੀ ਸਰਕਾਰਾਂ ਦੇ ਪੱਧਰ ਦੇ ਉੱਤੇ ਇਖਲਾਕੀ ਤੌਰ 'ਤੇ ਵੀ ਔਰ ਕਾਨੂੰਨੀ ਤੌਰ 'ਤੇ ਵੀ ਇਹ ਬਣਦਾ ਹੈ ਕਿ ਤੁਸੀਂ ਜਦੋਂ ਇੱਕ ਉਹ ਅੰਦੋਲਨਕਾਰੀ ਚਿੱਠੀ ਲਿਖਦੇ ਨੇ ਤਾਂ ਉਹ ਚਿੱਠੀ ਦਾ ਜਵਾਬ ਤਾਂ ਦਿਓ। ਤੁਸੀਂ ਲਿਖਤੀ ਕਿਹੜੀ ਦਲੀਲ ਦਿੰਦੇ ਹੋ, ਕਿਉਂ ਨਹੀਂ ਗੱਲ ਕਰਦੇ, ਤਾਂ ਉਹਦੇ 'ਚ ਲਿਖ ਕੇ ਦੇ ਦਿਓ। ਜਵਾਬ ਤੱਕ ਨਹੀਂ ਦਿੱਤਾ। ਜਿਹੜੀਆਂ ਚੀਜ਼ਾਂ ਐਕਨੋਲੇਜ ਨਾ ਹੋਣ ਕਿਤੇ ਜਾ ਕੇ, ਤਾਂ ਉਹ ਇੱਕ ਬੜਾ ਵੱਡਾ ਗੈਪ ਛੱਡ ਜਾਂਦੀਆਂ ਨੇ ਕਿ ਤੁਸੀਂ ਨਹੀਂ ਗੱਲ ਕਰਨ ਲਈ ਤਿਆਰ ਹੋ। ਕੇਵਲ ਜਦ ਕੋਈ ਕਿਤੇ ਉਹ ਫੰਕਸ਼ਨ 'ਚ ਜਾਂਦੇ ਨੇ, ਉੱਥੇ ਕੋਈ ਪੱਤਰਕਾਰ ਪੁੱਛ ਲੈਂਦਾ ਕਿਸਾਨਾਂ ਦਾ ਕੀ ਬਣਦਾ, ਉਹ ਕਹਿੰਦੇ ਗੱਲਬਾਤ ਲਈ ਤਿਆਰ ਹਾਂ, ਪਰ ਵਾਪਸ ਤਾਂ ਨਹੀਂ ਹੋਣਗੇ, ਹੋਰ ਦੱਸੋ ਕਿਹਦੇ 'ਤੇ ਗੱਲ ਕਰਨੀ ਹੈ। ਇੱਕ ਵਾਰ ਇਹ ਕਹਿਤਾ ਸੀ ਕਿ ਬਿੱਲਾਂ ਨੂੰ ਛੱਡੋ, ਹੋਰ ਕਿਸੇ ਵੀ ਮੁੱਦੇ 'ਤੇ ਗੱਲਬਾਤ ਕਰਨ ਲਈ ਤਿਆਰ ਹਾਂ। ਰੋਜ਼ ਮਤਲਬ ਇੱਕ ਬਿਆਨ ਬਦਲਿਆ ਜਾ ਰਿਹਾ ਹੈ, ਅਤੇ ਬਦਲੇ ਹੋਏ ਉਸ ਬਿਆਨ ਦੇ ਮੁਤਾਬਕ ਜਿਹੜਾ ਉਹ ਗੱਲਬਾਤ ਤਾਂ ਹੋਣੀ ਨਹੀਂ। ਗੱਲਬਾਤ ਤਾਂ ਉਹ ਸੁਹਿਰਦਤਾ ਨਾਲ ਹੋਣੀ ਹੈ। ਜੇ ਤੁਸੀਂ ਇਹ ਕਹਿੰਦੇ ਹੋ ਵੀ ਚਲੋ ਹੁਣ ਤੁਸੀਂ ਵੀ ਬਹੁਤ ਸੋਚ ਲਿਆ ਹੋਣਾ, ਅਸੀਂ ਵੀ ਬਹੁਤ ਸੋਚ ਲਿਆ, ਆ ਜਾਓ ਇੱਕ ਵਾਰ ਫਿਰ ਬੈਠਦੇ ਹਾਂ, ਫਿਰ ਚਰਚਾ ਕਰਦੇ ਹਾਂ, ਤੁਸੀਂ ਆਪਣੀ ਗੱਲ ਦੱਸੋ, ਉਹ ਆਪਣੀ ਗੱਲ ਦੱਸਣ, ਗੱਲ ਤੁਰੂਗੀ ਤਾਂ ਕੁਝ ਨਿਕਲੂਗਾ ਨਾ। ਚੱਲਦੇ ਚੱਲਦੇ ਥੋੜ੍ਹਾ ਅੱਗੇ ਗਏ ਸੀ ਵੱਖ-ਵੱਖ ਮਾਮਲਿਆਂ ਦੇ ਵਿੱਚ, ਅਤੇ ਜੇ ਗੱਲ ਹੋਣੀ ਓ ਨਹੀਂ, ਤੁਸੀਂ ਮੈਨੂੰ ਲੱਗਦਾ ਕਿ ਗੌਰਮੈਂਟ ਇਹ ਮਹਿਸੂਸ ਕਰ ਰਹੀ ਹੈ ਕਿ ਕੋਈ ਗੱਲ ਨਹੀਂ, ਇਹਨਾਂ ਨੂੰ ਬੈਠੇ ਰਹਿਣ ਦਿਓ, ਆਪ ਹੀ ਥੱਕ ਜਾਣਗੇ, ਆਪ ਹੀ ਚਲੇ ਜਾਣਗੇ। ਜਿਹੜਾ ਇਹ ਐਟੀਚਿਊਡ ਹੈ, ਇਹ ਵਿਵਹਾਰ ਹੈ, ਮੇਰੇ ਖਿਆਲ ਕਿਸੇ ਜਮਹੂਰੀ ਮੁਲਕ ਦੇ ਵਿੱਚ ਇਹੋ ਜਿਹਾ ਵਿਵਹਾਰ ਨਹੀਂ ਹੁੰਦਾ। ਜੇ ਤੁਹਾਡਾ ਇੱਕ ਕਾਫੀ ਵੱਡਾ ਸੈਕਸ਼ਨ ਜਿਹੜਾ ਹੈ, ਪਹਿਲਾਂ ਤਾਂ ਇਸੇ ਕਰਕੇ ਗੌਰਮੈਂਟ ਇਹ ਨਹੀਂ ਸੀ ਮੰਨਦੀ ਕਿ ਉਹ ਕਹਿੰਦੇ ਪੰਜਾਬ ਦੇ ਕਿਸਾਨ ਨੇ,
ਬੜੇ ਲੰਮੇ ਸਮੇਂ ਬਾਅਦ ਮੰਨਣ ਲੱਗੇ ਕਿ ਹਰਿਆਣੇ ਦੇ ਵੀ ਹੈਗੇ ਨੇ। ਜਦੋਂ ਹਰਿਆਣੇ ਦੀ ਗਵਰਨਮੈਂਟ ਦਾ ਕੋਈ ਵੀ ਫੰਕਸ਼ਨ ਹੀ ਕਰਨਾ ਬੰਦ ਕਰਤਾ ਹਰਿਆਣੇ ਦੇ ਕਿਸਾਨਾਂ ਨੇ ਉਸ ਪੱਧਰ ਦੇ ਉੱਤੇ, ਤੇ ਫਿਰ ਹੁਣ ਕਿਤੇ ਥੋੜ੍ਹਾ ਥੋੜ੍ਹਾ ਮੰਨਣ ਲੱਗੇ ਨਹੀਂ ਯੂਪੀ ਦੇ ਵੀ ਹੈਗੇ ਨੇ। ਜਦੋਂ ਪੰਚਾਇਤ ਚੋਣਾਂ ਵੀ ਹੋ ਗਈਆਂ, ਟਕੈਤ ਹੋਣੀ ਅਗਵਾਈ ਕਰ ਰਹੇ ਨੇ, ਸਾਰੇ ਕਿਤੇ ਜਾ ਰਹੇ ਨੇ, ਉੱਤਰਾਖੰਡ 'ਚ ਵੀ ਹੈਗਾ। ਔਰ ਹੌਲੀ ਹੌਲੀ ਜਦੋਂ ਇਹ ਹੈ ਕਿ ਦੇਸ਼ ਵਿਦੇਸ਼ ਦੇ ਵਿੱਚ ਤੱਕ ਇਹ ਅੰਦੋਲਨ ਚੱਲਾ ਗਿਆ, ਪਹਿਲਾਂ ਉਸ ਸੱਚਾਈ ਨੂੰ ਤਾਂ ਪ੍ਰਵਾਨ ਕਰੋ ਨਾ। ਪਹਿਲਾਂ ਕਹਿੰਦੇ ਇਕੱਲੇ ਸਿੱਖਾਂ ਦਾ, ਪੰਜਾਬੀਆਂ 'ਚੋਂ ਵੀ, ਫਿਰ ਕਦੇ ਕਿਸੇ ਦਾ, ਕਦੇ ਮਾਓਵਾਦੀਆਂ ਦਾ, ਕਦੇ ਕਾਮਰੇਡਾਂ ਦਾ। ਜਦੋਂ ਸਮੁੱਚੀਆਂ ਜਥੇਬੰਦੀਆਂ ਇਕੱਠੀਆਂ ਨੇ, ਨਾ ਤਾਂ ਉਹ ਸਾਰੀਆਂ ਜਥੇਬੰਦੀਆਂ ਕਮਿਊਨਿਸਟ ਨੇ, ਨਾ ਉਹ ਸਾਰੀਆਂ ਜਥੇਬੰਦੀਆਂ ਪੰਥਕ ਨੇ, ਨਾ ਉਹ ਸਾਰੀਆਂ ਜਥੇਬੰਦੀਆਂ, ਇਹ ਸਮੁੱਚਾ ਕਿੱਤੇ ਦੇ ਤੌਰ 'ਤੇ ਕਿਸਾਨੀ ਅੰਦੋਲਨ ਹੈ। ਇਹਦੇ 'ਚ ਗੱਲਬਾਤ ਦੀਆਂ ਸ਼ਰਤਾਂ ਨਾਲ ਮੇਰਾ ਖਿਆਲ ਹੈ ਗੱਲਬਾਤ ਨਹੀਂ ਕਈ ਵਾਰ ਹੁੰਦੀ। ਸ਼ਰਤਾਂ ਦੀ ਬਜਾਏ ਗੱਲਬਾਤ ਓਪਨ ਹੋ ਕੇ ਹੁੰਦੀ ਹੈ, ਤਾਂ ਜਾ ਕੇ ਅੱਗੇ ਗੱਲ। ਉਹ ਤਾਂ ਫਿਰ ਗੱਲਬਾਤ ਸ਼ੁਰੂ ਹੀ ਨਹੀਂ ਹੁੰਦੀ ਉਹਦੇ ਨਾਲ ਤਾਂ। ਅੱਛਾ, ਜਿਸ ਤਰ੍ਹਾਂ ਸਰਕਾਰ ਬਾਰ-ਬਾਰ ਤੋਮਰ ਹੋਰੀ ਕਹੀ ਜਾਂਦੇ ਨੇ ਵੀ ਅਸੀਂ ਤਿਆਰ ਹਾਂ, ਕਿਤੇ ਇਹ ਕਿਸਾਨ ਸੰਘਰਸ਼ ਦੇ ਵਿੱਚ ਫੁੱਟ ਪਾਉਣ ਦੀ ਇੱਕ ਸਾਜ਼ਿਸ਼ ਵੀ ਹੋ ਸਕਦੀ ਹੈ ਵੀ ਤੁਸੀਂ ਦੇਖੋ ਲੰਬਾ ਚਿਰ ਬੈਠੇ ਰਹੋ, ਦੇਖ ਟੁੱਟ ਕੇ ਤਾਂ ਆਉਣਗੇ, ਕਿਉਂ ਵਿੱਚੋਂ ਬੰਦੇ ਕਹਿਣਗੇ ਚਲੋ ਯਾਰ ਸਰਕਾਰ ਦੀ ਸੁਣੀ, ਆਪਾਂ ਕਾਹਨੂੰ ਅੜੀ ਰਹੀਏ। ਦੂਜਾ ਇੱਕ ਅੱਜ ਕੱਲ੍ਹ ਕਿਸਾਨਾਂ ਪਿੰਡਾਂ ਨੇ ਖਾਸ ਤੌਰ ਵਿੱਚ ਇਹ ਫੈਸਲਾ ਕੀਤਾ ਵੀ ਕਿਸੇ ਵੀ ਸਿਆਸੀ ਪਾਰਟੀ ਨੂੰ ਅਸੀਂ ਮੂੰਹ ਨਹੀਂ ਲਾਉਣਾ। ਉਹਨਾਂ ਨੂੰ ਆਉਂਦੇ ਆ ਜਿਹੜੇ ਸਿਆਸੀ ਲੀਡਰ, ਉਹਨਾਂ ਨੂੰ ਘੇਰ ਲਓ। ਪੰਜਾਬ ਤਾਂ ਸ਼ੁਰੂ ਵੀ ਹੋ ਗਿਆ, ਹਰਦਿਆਲ ਕੰਬੋਜ ਘੇਰ ਲਿਆ, ਚੰਦੂ ਮਾਜਰਾ ਘੇਰ ਲਿਆ, ਵੀ ਕੋਈ ਵੀ ਪਾਰਟੀ ਦਾ ਸਾਡਾ ਭਰੋਸਾ ਨਹੀਂ। ਇਹਦਾ ਕੀ ਅਸਰ ਹੋ ਰਿਹਾ, ਕੀ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਹਮੀਰ ਜੀ ਆਪਸੀ, ਕਿਉਂਕਿ ਹਰ ਪਿੰਡਾਂ 'ਚ ਸਾਰੀਆਂ ਪਾਰਟੀਆਂ ਦੇ ਬੰਦੇ ਹੁੰਦੇ ਨੇ, ਹੁਣ ਸਮਝੋ ਅਕਾਲੀ ਵਾਲਿਆਂ ਨੂੰ ਘੇਰਨਾ, ਅਕਾਲੀ ਨਹੀਂ ਆਊਗਾ ਬੰਦਾ, ਕਾਂਗਰਸ ਵਾਲੇ, ਕਿ ਆਪਸ 'ਚ ਵੀ ਇਹਨਾਂ ਦਾ ਟਕਰਾਅ ਹੋ ਸਕਦਾ? ਬਿਲਕੁਲ ਇੱਕ ਮਾਹੌਲ ਹੈ। ਦੇਖੋ ਮੈਨੂੰ ਇੱਕ ਜਿਹੜੀ ਟੋਟਲ ਕਿਸਾਨੀ ਹੈ ਜਾਂ ਆਮ ਬੰਦਾ ਹੈ, ਉਹ ਸਾਰੀਆਂ ਪਾਰਟੀਆਂ ਤੋਂ ਫਰਸਟ੍ਰੇਟ ਤਾਂ ਹੈ ਹੀ ਹੈ, ਮੈਨੂੰ ਤਾਂ ਨਿਰਾਸ਼ ਹੈ। ਲੋਕਾਂ ਨੂੰ ਇਹ ਨਜ਼ਰ ਆਉਂਦਾ ਵੀ ਅਸੀਂ ਵੱਖ-ਵੱਖ ਪਾਰਟੀਆਂ ਨੂੰ ਵੋਟਾਂ ਵੀ ਦਿੰਦੇ ਹਾਂ, ਸੱਤਾ 'ਚ ਵੀ ਆਉਂਦੀਆਂ ਨੇ, ਸਾਡਾ ਤਾਂ ਕੁਝ ਨਹੀਂ ਕਰਦੀਆਂ। ਖਾਸ ਤੌਰ 'ਤੇ ਜਿਵੇਂ ਜਿਵੇਂ ਸੰਕਟ ਵਧੀ ਜਾਂਦਾ ਹੈ, ਜਿਵੇਂ ਹੁਣ ਕਰੋਨਾ ਕਰਕੇ ਵੀ ਬਹੁਤ ਲੋਕਾਂ ਦੀਆਂ ਦਿਹਾੜੀਆਂ ਚਲੀਆਂ ਗਈਆਂ, ਨੌਕਰੀਆਂ ਚਲੀਆਂ ਗਈਆਂ, ਇਹ ਇਕੱਠਾ ਹੁੰਦਾ ਜਾਂਦਾ ਲੋਕਾਂ 'ਚ ਜਿਹੜਾ ਇੱਕ ਗੁੱਸਾ ਹੈ। ਉਹ ਗੁੱਸਾ ਕਿਹਦੇ 'ਤੇ ਹੋਣਾ ਹੈ? ਉਹ ਗੁੱਸਾ ਜਿਹੜੇ ਸੱਤਾ ਦੇ ਵਿੱਚ ਨੇ ਜਾਂ ਆਉਂਦੇ ਨੇ ਜਾਂ ਨੇੜੇ ਨੇ, ਉਹਨਾਂ 'ਤੇ ਹੀ ਹੋਣਾ ਹੈ ਨਾ, ਕਿ ਤੁਸੀਂ ਕੀ ਕਰਦੇ ਹੋ, ਸਾਡੇ ਲਈ ਤਾਂ ਬੋਲੇ ਨਹੀਂ। ਹੁਣ ਜਿਵੇਂ ਕਿਸਾਨ ਅੰਦੋਲਨ ਦਾ ਸਵਾਲ ਹੈ, ਕਿਸਾਨ ਅੰਦੋਲਨ ਨੂੰ 7 ਮਹੀਨੇ ਐਸੇ 26 ਤਰੀਕ ਨੂੰ ਦਿੱਲੀ ਹੋ ਜਾਣੇ ਨੇ, 2 ਮਹੀਨੇ ਇੱਥੇ ਵਾਲੇ ਛੱਡ ਦਿਓ। ਮਤਲਬ ਇਹ ਸੌਖਾ ਕੰਮ ਨਹੀਂ ਹੈ ਘਰ-ਬਾਰ ਛੱਡ ਕੇ ਬੈਠਣਾ। ਅਤੇ ਲੋਕ ਇੱਕ ਸ਼ਾਮ ਨੂੰ ਘਰ ਮੁੜਨਾ ਚਾਹੁੰਦੇ ਨੇ, ਤੇ ਆਪਣੇ ਬੱਚਿਆਂ ਦੇ ਵਿੱਚ, ਆਪਣੇ ਘਰ ਦੇ ਵਿੱਚ ਜਿਹੋ ਜਿਹਾ ਮਰਜ਼ੀ ਉੱਥੇ ਚਾਹੇ ਜਿੰਨੀ ਮਰਜ਼ੀ ਸੇਵਾ ਹੁੰਦੀ ਰਹੇ ਹੋਵੇ, ਪਰ ਘਰ ਤਾਂ ਘਰ ਹੁੰਦਾ ਨਾ, ਜਿੱਥੇ ਤੁਸੀਂ ਬੰਦਾ ਆਉਣਾ ਚਾਹੁੰਦਾ। ਪਰ ਉਹ ਇੱਕ ਪ੍ਰੈਸਟੀਜ ਹੁੰਦੀ ਹੈ ਕਿ ਨਹੀਂ, ਹੁਣ ਅਸੀਂ ਆਏ ਹੋਏ ਹਾਂ ਅਤੇ ਅਸੀਂ ਇੱਕ ਅੰਦੋਲਨ ਲੜਨੇ ਹਾਂ, ਅਸੀਂ ਇੱਥੇ ਬੈਠੇ ਹਾਂ। ਪਰ ਉਹ ਆਸਾਨ ਕੰਮ ਨਹੀਂ ਹੈ, ਉਹ ਵੀ ਇੰਨੇ ਲੰਮੇ ਸਮੇਂ ਦੇ ਵਿੱਚ। ਉਹਦੇ 'ਚ ਹੁਣ ਸਿਆਸਤਦਾਨ ਨੇ ਕੀ ਕਹਿਤਾ, ਜਥੇਬੰਦੀਆਂ ਨੇ ਪਹਿਲਾਂ ਤੋਂ ਇੱਕ ਸਟੈਂਡ ਲਿਆ ਹੋਇਆ ਸੀ ਵੀ ਕਿਤੇ ਸਾਡੇ 'ਚ ਫੁੱਟ, ਜੇ ਕਿਸੇ ਸਿਆਸੀ ਪਾਰਟੀਆਂ ਦੇ ਬੰਦਿਆਂ ਨੂੰ ਆਪਣੀ ਸਟੇਜ ਤੋਂ ਬੁਲਾਉਣਾ ਸ਼ੁਰੂ ਕਰਤਾ ਤਾਂ ਫੁੱਟ ਜਲਦੀ ਪੈ ਜੂਗੀ। ਕਿਉਂਕਿ ਕਿਸੇ ਨਾਲ ਹੁੰਦਾ, ਕਿਸੇ ਨਾਲ ਸਿਆਸਤਦਾਨ ਤਾਂ ਆਪਣੀ ਸਿਆਸਤ 'ਚੋਂ ਗੱਲ ਕਰਦਾ। ਕਾਂਗਰਸੀ ਅਕਾਲੀਆਂ ਨੂੰ ਨਿੰਦੂ, ਅਕਾਲੀ ਕਾਂਗਰਸੀਆਂ ਨੂੰ ਜਿੰਦਣਗੇ, ਆਪ ਦੋਨਾਂ ਨੂੰ ਨਿੰਦੂ, ਆਪਣਾ ਆਪਣਾ ਹੋਊਗਾ। ਇਸੇ ਕਰਕੇ ਸ਼ਾਇਦ ਉਹਨਾਂ ਨੇ ਸਟੇਜ ਤੋਂ ਲੀਡਰਾਂ ਨੂੰ ਨਹੀਂ ਬੋਲਣ ਦਿੱਤਾ, ਹੁਣ ਤੱਕ ਇਕੱਠੇ ਨੇ, ਨਹੀਂ ਤਾਂ ਫੁੱਟ ਪੈ ਜਾਂਦੀ। ਪਰ ਉਹਨਾਂ ਨੇ ਇਹ ਤਾਂ ਨਹੀਂ ਰੋਕਿਆ ਨਾ। ਹੁਣ ਜਦੋਂ ਲੀਡਰਾਂ ਨਾਲ ਗੱਲ ਕਰਦੇ ਆ, ਸਿਆਸੀ ਲੀਡਰਾਂ ਨਾਲ, ਉਹ ਕਹਿੰਦੇ ਨੇ ਵੀ ਅਸੀਂ ਕੀ ਕਰੀਏ ਜੀ, ਸਾਨੂੰ ਤਾਂ ਕਿਸਾਨ ਉੱਥੇ ਬੋਲਣ ਤਾਂ ਦਿੰਦੇ ਨਹੀਂ, ਸਾਨੂੰ ਤਾਂ ਪਹੁੰਚਾ ਦਿੰਦੇ ਨੇ, ਅਸੀਂ ਕੀ ਕਰੀਏ, ਉਹਨਾਂ ਦੀ ਮਦਦ ਅੰਦਰ ਖਾਤੇ ਕਰਦੇ ਹਾਂ। ਪਰ ਇਸ ਗੱਲ ਤੋਂ ਕਦੇ ਨਹੀਂ ਕਿਸੇ ਨੇ ਰੋਕਿਆ ਕਿ ਤੁਹਾਡੀਆਂ ਸਿਆਸੀ ਧਿਰਾਂ ਨੇ, ਤੁਸੀਂ ਸਿਆਸੀ ਤੌਰ ਦੇ ਉੱਤੇ ਕੋਈ ਕਾਨਫਰੰਸ ਕਰਕੇ ਆਪਣੇ ਬੈਨਰ ਹੇਠ ਗੌਰਮੈਂਟ ਆਫ ਇੰਡੀਆ ਨੂੰ ਇਹ ਕਿਉਂ ਨਹੀਂ ਕਹਿ ਸਕਦੇ ਸੀ ਕਿ ਇਹ ਫੈਡਰਲਿਜ਼ਮ ਦਾ ਕੁਐਸਚਨ ਹੈ, ਤੁਸੀਂ ਇੱਥੇ ਕਾਨੂੰਨ ਨਹੀਂ ਬਣਾ ਸਕਦੇ। ਤੁਹਾਨੂੰ ਆਲ ਇੰਡੀਆ ਲੈਵਲ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਜਿਹੜੀਆਂ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਦੀਆਂ ਨੇ, ਜਿੰਨੇ ਰਾਜਾਂ 'ਚ ਵਿਧਾਨ ਸਭਾਵਾਂ ਨੇ ਇਹਨਾਂ 'ਤੇ ਮਤੇ ਪਾਏ, ਉਹਨਾਂ ਦੀ ਮੀਟਿੰਗ ਸੱਦਣ ਤੋਂ ਕੌਣ ਰੋਕਦਾ ਸੀ? ਇਹਦੇ 'ਚੋਂ ਕਿਸਾਨਾਂ ਦੇ ਅੰਦਰ ਇੱਕ ਗੁੱਸਾ ਹੈ ਕਿ ਇਹ ਲਿਪ ਸਰਵਿਸ ਕਰਦੇ ਨੇ, ਇਕੱਲੀ ਮਤਲਬ ਉਸ ਲੈਵਲ ਦੀਆਂ ਗੱਲਾਂ ਕਰਦੇ ਨੇ ਵੀ ਅਸੀਂ ਤੁਹਾਡੇ ਨਾਲ ਆ, ਪਰ ਪ੍ਰੈਕਟਿਸ ਦੇ ਵਿੱਚ ਜੋ ਸਿਆਸੀ ਧਿਰਾਂ ਨੂੰ ਕਰਨਾ ਚਾਹੀਦਾ ਉਹ ਨਹੀਂ ਕਰ ਰਹੇ। ਮੋਮੋ ਠੱਗਣੀਆਂ ਗੱਲਾਂ ਨੇ। ਤੇ ਇਹਦੇ ਨਾਲ ਦੀ ਨਾਲ ਦੂਜੀ ਗੱਲ ਇਹ ਆ, ਉਹ ਕਹਿੰਦੇ ਵੀ ਦੇਖੋ ਹੁਣ 22 ਦੀ ਇਲੈਕਸ਼ਨ ਹੈ, 8 ਮਹੀਨੇ ਪਹਿਲਾਂ ਹੀ ਮੌਜੇ ਖੋਲ੍ਹ ਕੇ ਭੱਜੇ ਆ ਰਹੇ ਨੇ, ਤਾਂ ਉਹਨਾਂ ਨੂੰ ਲੱਗਦਾ ਵੀ ਫਿਰ ਤਾਂ ਤੁਸੀਂ ਸਾਡਾ ਏਜੰਡਾ ਹੀ, ਇਹਦਾ ਮਤਲਬ ਕਿਸਾਨ ਅੰਦੋਲਨ ਉੱਥੇ ਬੈਠਾ ਹੈ, ਉਹਨੂੰ ਛੱਡੋ, ਆਪਣੀਆਂ ਪਾਰਟੀਆਂ ਦੇ ਜੋੜ ਤੋੜ ਕਰੋ, ਪਿੰਡਾਂ ਜਾਓ, ਲੋਕਾਂ ਨੂੰ ਲਾਮਬੰਦ ਕਰੋ, ਕੋਈ ਸਮਝੌਤਾ ਕਰ ਲਓ। ਅਕਾਲੀ BSP, ਉਧਰ BJP ਚੱਲੀ ਹੋਈ ਹੈ ਦਲਿਤਾਂ ਨੂੰ ਭਨਾਉਣ, ਉਧਰ ਕਾਂਗਰਸ ਦਾ ਆਪਣਾ ਹਜੇ ਕਲੇਸ਼ ਚੱਲ ਰਿਹਾ ਕਿ ਆਪਾਂ ਜਿੱਤਣਾ ਅਤੇ ਆਪਾਂ ਕਿਸ ਤਰੀਕੇ ਨਾਲ। ਆਮ ਆਦਮੀ ਪਾਰਟੀ ਰੋਜ਼ ਬੰਦੇ ਸ਼ਾਮਲ ਕਰ ਰਹੀ ਹੈ, ਕੋਈ ਕਿਤੋਂ ਆ ਰਿਹਾ, ਕੋਈ ਕਿਤੋਂ ਆ ਰਿਹਾ। ਤੁਹਾਡਾ ਮੇਨ ਕੀ ਬਣ ਗਿਆ ਕਿ 22 'ਚ ਕਬਜ਼ਾ ਕਿਵੇਂ ਕਰਨਾ ਸੱਤਾ 'ਤੇ? ਤੁਹਾਡਾ ਮੇਨ ਇਹ ਨਹੀਂ ਬਣਿਆ ਕਿ ਲੱਖਾਂ ਨਾਗਰਿਕ ਤੁਹਾਡਾ ਬੈਠਾ ਹੋਇਆ ਹੈ। ਉਹ ਕੀ ਕਹਿ ਰਹੇ ਨੇ? ਉਹ ਇਹ ਕਹਿ ਰਹੇ ਨੇ ਭਾਈ ਪਹਿਲਾਂ ਵੋਟ ਦੇ ਲਈ ਨਾ ਆਓ, ਪਹਿਲਾਂ ਉਸ ਅੰਦੋਲਨ ਦਾ ਕੁਛ ਕਰਵਾਓ ਅਤੇ ਉਦੋਂ ਬਾਅਦ ਵੋਟ ਲਈ ਆਇਓ। ਮੈਨੂੰ ਲੱਗਦਾ ਕਿ ਕੋਈ ਉਹ ਨਹੀਂ। ਪਰ ਹਾਂ,
ਇਹ ਖਤਰਨਾਕ ਜ਼ਰੂਰ ਹੈ ਜਦੋਂ ਫਰਸਟ੍ਰੇਟ ਲੋਕ ਹੁੰਦੇ ਨੇ ਇੰਨੇ ਵੱਡੇ ਪੱਧਰ ਦੇ ਉੱਤੇ, ਤੇ ਉੱਥੇ ਟਕਰਾਅ 'ਚ ਕਈ ਵਾਰ ਸੁਰਲੀ ਵਾਲਾ ਵੀ ਕੋਈ ਬੰਦਾ ਹੁੰਦਾ ਹੈ। ਜੇ ਅਕਾਲੀ ਆਗੂ ਗਿਆ ਕੋਈ ਕਾਂਗਰਸ ਵਾਲਾ ਵਿੱਚੋਂ ਛੱਡ ਦੇ ਵੀ ਚਲੋ ਇਹਦੀ ਪੱਗ ਲਾ ਦਿਓ, ਇਹਦਾ ਕੁਛ ਕਰੋ, ਜਾਂ ਉੱਧਰੋਂ ਅਕਾਲੀ ਗਿਆ ਹੋਇਆ ਵਿੱਚੋਂ ਕੋਈ ਕਾਂਗਰਸੀ ਚਾਰ ਵੜ ਕੇ ਕਹਿ ਦੇਣ, ਉਹਦੇ 'ਤੇ ਇੱਕ ਜ਼ਿੰਮੇਵਾਰੀ ਹੈ। ਕਿਤੇ ਬੰਦਾ ਆਪਣੇ ਆਪ ਹੀ ਲਵਾ ਲੈ ਜਾਂਦਾ। ਤੇ ਉਹੀ ਹਮਦਰਦੀ ਆ। ਪਰ ਮੈਂ ਦੇਖਿਆ ਉਹ ਜਿਹੜੀ ਇੱਕ ਵੀਡੀਓ ਚੱਲ ਰਹੀ ਹੈ, ਅਕਾਲੀ ਦਲ ਦੇ ਲੀਡਰ ਖੜੇ ਨੇ ਤੇ ਗੁਰਦੁਆਰੇ 'ਚ ਬੀਬੀਆਂ ਨੇ, ਉਹ ਨਾਰਮਲੀ ਬੀਬੀਆਂ ਜਦੋਂ ਆਰਗੂਮੈਂਟ ਕਰਦੀਆਂ ਨੇ ਇਹੋ ਜਿਹਾ ਕੰਮ ਘੱਟ ਵਾਪਰਦਾ। ਉਹ ਇਹੀ ਕਹਿੰਦੀਆਂ ਨੇ ਵੀ ਤੁਸੀਂ ਉਦੋਂ ਕਿੱਥੇ ਸੀ, ਅਸੀਂ ਟੋਲ ਪਲਾਜੇ ਤੇ 8 ਮਹੀਨਿਆਂ ਤੋਂ ਬੈਠੇ ਹੋਏ ਹਾਂ, ਉਦੋਂ ਤਾਂ ਤੁਸੀਂ ਆਏ ਨਹੀਂ, ਹੁਣ ਸਾਡੇ ਪਿੰਡਾਂ 'ਚ ਆ ਕੇ ਤੁਸੀਂ ਵੱਡੇ ਵੱਡੇ ਇਕੱਠ ਕਰਨ ਲੱਗੇ, ਸਾਨੂੰ ਵੋਟਾਂ ਪਾਓ। ਅਸੀਂ ਉਹਨਾਂ ਚਿਰ ਵੋਟਾਂ ਦੀ ਗੱਲ ਨਹੀਂ ਕਰਨੀ ਜਿੰਨਾ ਚਿਰ ਸਾਡਾ ਕੁਝ ਨਹੀਂ ਬਣਦਾ। ਇਹ ਇੱਕ ਦਲੀਲ ਹੈ। ਇਹਦੇ 'ਚੋਂ ਇੱਕ ਨਜ਼ਰ ਵੀ ਆ ਰਿਹਾ, ਇਹਦਾ ਮਤਲਬ ਪੰਜਾਬ ਇੱਥੋਂ ਦੀ ਸਿਆਸਤ ਵੀ ਬਦਲਣਾ ਚਾਹੁੰਦਾ। ਪੰਜਾਬ ਦਾ ਬੰਦਾ ਉਹ ਪੁਰਾਣੀ ਸਿਆਸਤ ਔਰ ਸਿਆਸਤਦਾਨਾਂ ਤੋਂ ਸੰਤੁਸ਼ਟ ਨਹੀਂ ਹੈ। ਉਹ ਖਲਾਅ ਹਜੇ ਸਾਡੇ ਸਾਹਮਣੇ ਦਿਖਾਈ ਦੇ ਰਿਹਾ, ਤੇ ਖਲਾਅ ਹਜੇ ਭਰਨ ਦੀ ਪੋਜੀਸ਼ਨ 'ਚ ਨਹੀਂ। ਨਵੀਆਂ ਪਾਰਟੀਆਂ ਬਹੁਤ ਬਣਨ ਲੱਗ ਗਈਆਂ। ਪਰ ਹਮੀਰ ਜੀ, ਜਿਸ ਤਰ੍ਹਾਂ ਹੁਣ ਕਿਸਾਨ ਇਕਜੁੱਟ ਨੇ, ਖਾਸ ਤੌਰ ਤੇ ਪੰਜਾਬ ਦੀਆਂ ਜਿਹੜੀਆਂ 32 ਕਿਸਾਨ ਜਥੇਬੰਦੀਆਂ ਨੇ, ਇਹ ਇਹਨਾਂ ਲਈ ਇੱਕ ਮੌਕਾ ਹੈ, ਇੱਕ ਇੰਨਾ ਸੁਨਹਿਰੀ ਮੌਕਾ ਕਹਿ ਸਕਦੇ ਹਾਂ ਵੀ ਉਹ ਸਾਰੇ ਇਕੱਠੇ ਨੇ ਤੇ ਸਾਰਿਆਂ ਦੇ ਹਿੱਤਾਂ 'ਚ ਕੋਈ ਟਕਰਾਅ ਨਹੀਂ ਹੈ। ਜੇ ਉਹ ਇਲੈਕਸ਼ਨ ਆਪ ਲੜਨ ਉਮੀਦਵਾਰ, ਤਾਂ ਲੱਗਦਾ ਕਿਸਾਨੀ ਦਾ ਵੀ ਭਲਾ ਹੋ ਸਕਦਾ। ਅਤੇ ਇੱਕ ਉਹ, ਕਿਉਂਕਿ ਕਿਸਾਨ ਜ਼ਿਮੀਂਦਾਰ ਸਾਰੇ ਵਰਗਾਂ ਨਾਲ ਜੁੜਿਆ ਹੋਇਆ, ਦੂਜੇ ਵਰਗਾਂ ਬਾਰੇ ਵੀ ਸੋਚ ਕੇ ਪੰਜਾਬ ਦਾ ਹੀ ਭਲਾ ਹੋ ਸਕਦਾ, ਪਾਣੀਆਂ ਦਾ ਮਸਲਾ, ਦੂਜੇ ਜਿਹੜੇ ਸਿਆਸੀ ਦੂਜੇ ਮਸਲੇ ਵੀ ਕਰ ਸਕਦਾ। ਨਹੀਂ, ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਦੀ ਤਮੰਨਾ ਤੇ ਖਾਹਿਸ਼ ਵੀ ਇਹੀ ਹੈ ਵੀ ਕੁਝ ਬਦਲ ਸਕਦਾ ਤਾਂ ਅੰਦੋਲਨ 'ਚੋਂ ਬਦਲ ਸਕਦਾ। ਪਰ ਉੱਥੇ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਅਲੱਗ-ਅਲੱਗ ਵਿਚਾਰਧਾਰਾ ਦੀਆਂ ਨੇ, ਅਲੱਗ-ਅਲੱਗ ਉਹਨਾਂ ਦੇ ਪਿਛੋਕੜ ਨੇ, ਤੇ ਉਹ ਕਿਸਾਨੀ ਬਿੱਲਾਂ 'ਤੇ ਤਾਂ ਇਕੱਠੀਆਂ ਨੇ ਉਹਦੇ 'ਤੇ, ਪਰ ਹੋ ਸਕਦਾ ਸਿਆਸਤ 'ਤੇ ਉਸ ਰੂਪ 'ਚ ਇਕੱਠੀਆਂ ਨਹੀਂ ਹੈ। ਪਰ ਉਹਨਾਂ 'ਤੇ ਲਗਾਤਾਰ ਲੋਕ ਇੱਥੋਂ ਡੈਪੂਟੇਸ਼ਨ ਜਾ ਰਹੇ ਨੇ ਲੀਡਰਾਂ ਨੂੰ ਮਿਲਣ, ਕੋਈ ਕਿਸੇ ਏਰੀਏ ਦਾ, ਕਿਸੇ ਏਰੀਏ ਦੇ ਤੁਸੀਂ ਕੋਈ ਫੈਸਲਾ ਕਰੋ, ਕੋਈ ਬੰਦੇ ਖੜੇ ਕਰੋ, ਆਪਾਂ ਇਹਨੂੰ ਬਦਲੀਏ। ਜੇ ਇਹ ਲੋਕਾਂ ਦੀ ਇੱਛਾ ਹੈ ਕਿ ਕੁਛ ਨਵਾਂ ਬਣਨਾ ਚਾਹੀਦਾ। ਹੁਣ ਉਹ ਕਿਸਾਨ ਜਥੇਬੰਦੀਆਂ ਕਦੋਂ ਕਿੰਨੀ ਗੱਲ ਕਰ ਪਾਉਂਦੀਆਂ ਨੇ, ਕਿੰਨੀ ਸਮਰੱਥਾ ਹੈ, ਕੀ ਉਹ ਬਾਹਰ ਨਿਕਲ ਕੇ ਕੋਈ ਪਾਰਟੀ ਵੀ ਬਣਾ ਸਕਦੀਆਂ ਨੇ, ਜਾਂ ਕੋਈ ਪਬਲਿਕ ਕੈਂਡੀਡੇਟਾਂ ਦਾ ਨਾਅਰਾ ਦੇ ਸਕਦੀਆਂ ਨੇ, ਕੀ ਦੇ ਸਕਦੀਆਂ ਨੇ, ਇਹ ਤਾਂ ਆਉਣ ਵਾਲੇ ਸਮੇਂ 'ਚ ਹੁਣ ਕਿਸਾਨ ਜਥੇਬੰਦੀਆਂ 'ਤੇ ਨਿਰਭਰ ਹੈ ਕਿ ਇੰਨੀਆਂ ਜਥੇਬੰਦੀਆਂ ਦਾ ਕੋਈ ਏਕਾ ਪੋਲੀਟੀਕਲੀ ਵੀ ਬਣ ਸਕਦਾ ਜਾਂ ਨਹੀਂ ਬਣ ਸਕਦਾ। ਉਹਦੇ 'ਚ ਕੁਝ ਜਥੇਬੰਦੀਆਂ ਇਹੋ ਜਿਹੀਆਂ ਨੇ ਜਿਹੜੀਆਂ ਚੋਣਾਂ 'ਚ ਨਹੀਂ ਹਿੱਸੇਦਾਰ ਬਣਦੀਆਂ, ਬਾਈਕਾਟ ਕਰਦੀਆਂ ਨੇ, ਉਹਨਾਂ ਦਾ ਇੱਕ ਸਿਸਟਮ ਹੋਰ ਟਾਈਪ ਦਾ। ਇਸ ਲਈ ਇਹ ਕਾਫੀ ਵੱਡਾ ਅਜੇ ਉਲਝਣ ਭਰਪੂਰ ਮੁੱਦਾ, ਐਡਾ ਸਪਸ਼ਟ ਤਾਂ ਨਹੀਂ ਹੈ। ਪਰ ਜਿਹੜੀ ਲੋਕਾਂ ਨੂੰ ਉਮੀਦ ਹੈ ਅੰਦੋਲਨ ਤੋਂ, ਉਹ ਉਮੀਦ ਦੇ ਸਵਾਲ ਕਿਸਾਨ ਲੀਡਰਾਂ ਸਾਹਮਣੇ ਖੜੇ ਜ਼ਰੂਰ ਨੇ। ਸ਼ਾਇਦ ਉਹ ਮੱਥਾ ਪੱਤੀ ਕਰਦੇ ਵੀ ਹੋਣਗੇ ਕਿ ਇਹਨਾਂ ਦਾ ਕੀ ਕੀਤਾ ਜਾਏ, ਇਸ ਪਾਸੇ ਵੱਲ ਹੈ। ਔਰ ਲੋਕ ਇਹ ਮਹਿਸੂਸ ਕਰ ਰਹੇ ਨੇ ਜੇ ਐਡੇ ਵੱਡੇ ਅੰਦੋਲਨ 'ਚੋਂ ਵੀ ਕੁਝ ਬਦਲਾਅ ਨਹੀਂ ਹੋਣਾ ਪੋਲੀਟੀਕਲੀ, ਤਾਂ ਬੜਾ ਮੁਸ਼ਕਲ ਕੰਮ ਹੈ। ਫਿਰ ਇਹਦੇ 'ਚੋਂ ਕੋਈ ਨਾ ਕੋਈ ਬਦਲਾਅ ਦੇ ਰੂਪ 'ਚ ਨਿਕਲਣਾ ਚਾਹੀਦਾ। ਨਹੀਂ ਤਾਂ ਛੋਟੀਆਂ ਛੋਟੀਆਂ ਕਈ ਪਾਰਟੀਆਂ ਬਣਨ ਲੱਗ ਗਈਆਂ, ਕੋਈ ਰਿਟਾਇਰਡ ਬਿਊਰੋਕਰੇਟ ਨੇ, ਕੋਈ ਕੁਛ ਨੇ, ਕੋਈ ਇਕੱਠੇ ਹੋ ਕੇ ਆਪਸ ਦੇ ਵਿੱਚ ਜੇ ਆਪਾਂ ਬਣ ਰਹੇ ਹਾਂ ਜੀ ਸਾਨੂੰ ਵੋਟਾਂ ਪਾ ਦਿਓ, ਉਹਨਾਂ ਨੂੰ ਲੱਗਦਾ ਸ਼ਾਇਦ ਕਿਸਾਨੀ ਵਾਲੀਆਂ ਵੋਟਾਂ ਸਾਨੂੰ ਹੀ ਪੈ ਜਾਣ। ਹਾਲਾਂਕਿ ਐਂ ਨਹੀਂ ਕੋਈ ਹੁੰਦਾ। ਤੁਹਾਨੂੰ ਘਰੇ ਬੈਠ ਕੇ ਤੇ ਤੁਸੀਂ ਹੁਣ ਆ ਕੇ ਕਹਿੰਦੇ ਹੋ ਵੀ ਅਸੀਂ ਪਾਰਟੀ 'ਚ ਆ ਗਏ ਹਾਂ। ਤੁਹਾਡੀ ਕੋਈ ਜਦੋਜਹਿਦ ਚਾਹੀਦੀ ਹੈ, ਜਾਂ ਉਸ ਅੰਦੋਲਨ 'ਚ ਹੀ ਹੋਵੇ ਜਾਂ ਇਹ ਤੋਂ ਪਹਿਲਾਂ ਹੋਵੇ, ਕੁਛ ਤਾਂ ਹੋਣੀ ਚਾਹੀਦੀ ਹੈ ਨਾ। ਔਰ ਲੋਕ ਇੱਕ ਬੜੇ ਰੀਅਲ ਅਲਟਰਨੇਟਿਵ ਦੀ ਗੱਲ ਕਰਦੇ ਨੇ ਜਿਹਦੇ ਨਾਲ ਖਲਾ ਖਤਮ ਹੋਵੇ, ਖਲਾ ਉਸ ਲੈਵਲ 'ਤੇ। ਔਰ ਮੈਨੂੰ ਉਮੀਦ ਹੈ ਜੇ 7-8 ਮਹੀਨੇ ਪਏ ਨੇ, ਸਾਡੀਆਂ ਸਿਆਸੀ ਪਾਰਟੀਆਂ ਨੇ ਬੜੀ ਜਲਦੀ ਮੌਜੇ ਖੋਲ੍ਹ ਲਏ ਨੇ। ਅਜੇ ਟਾਈਮ ਪਿਆ, ਇੰਨੇ ਟਾਈਮ 'ਚ ਲੋਕ ਥੱਕ ਵੀ ਜਾਂਦੇ ਨੇ। ਅਜੇ 2-3 ਮਹੀਨੇ ਤੱਕ ਸ਼ਾਇਦ ਇਹ ਗੱਲਾਂ ਮੈਚਿਓਰ ਹੋ ਸਕਦੀਆਂ ਨੇ ਔਰ ਹੋਣੀਆਂ ਚਾਹੀਦੀਆਂ ਨੇ। ਤੁਸੀਂ ਹੁਣ ਮੋਜੇ ਖੋਲ੍ਹਣ ਦੀ ਗੱਲ ਕੀਤੀ ਹੈ, ਮੈਂ ਅੱਜ ਪੰਜਾਬ ਕੈਬਨਿਟ ਦੀ ਵੀ ਮੀਟਿੰਗ ਹੈ, ਉਹ ਖਜ਼ਾਨਾ ਖੋਲ੍ਹਣ ਲੱਗੀ ਹੋਈ ਹੈ, ਅਤੇ ਅੱਜ ਕੀ ਫੈਸਲੇ ਹੋ ਰਹੇ ਆ ਉਹਦੇ 'ਚ ਮੈਨੂੰ ਦੱਸੋ। ਹੁਣ ਉਹ ਹਰ ਫੈਸਲਾ ਟਰਾਈ ਕਰਦੇ ਨੇ ਵੀ ਸ਼ਾਇਦ ਕੁਝ ਨਾ ਕੁਝ ਲੋਕਾਂ ਦਾ ਹੋਵੇ। ਜਿਵੇਂ ਪਹਿਲਾਂ ਤਾਂ ਨਹੀਂ ਕੀਤਾ, ਉਹ ਕਹਿੰਦੇ ਖਜ਼ਾਨੇ ਪਿਛਲੀਆਂ ਮੀਟਿੰਗਾਂ ਦੇ ਵਿੱਚ ਪੈਨਸ਼ਨ 1500 ਉਹ 1 ਜੁਲਾਈ ਤੋਂ ਮਿਲਣੀ ਸ਼ੁਰੂ ਹੋਣੀ ਹੈ, ਵੀ ਚਲੋ ਨੇੜੇ ਜਾ ਕੇ ਇੰਨੇ ਕੋਡ ਲੱਗ ਜੂ, ਪਤਾ ਨਹੀਂ ਇਹ ਕਰਦੇ ਨੇ ਜੇ ਪੈਸੇ ਨਹੀਂ ਤਾਂ। ਔਰ ਇੱਕ ਹੋਰ ਕਰਜ਼ਾ ਵੀ ਚੜ੍ਹਾਇਆ ਖੈਰ ਵੀ ਵਾਟਰ ਵਰਕਸਾਂ ਲਈ, ਜਿਹੜੀ ਵਾਟਰ ਸਪਲਾਈ ਹੈ ਜਾ ਰਹੀ ਹੈ, ਉਹਦੇ ਲਈ $200 ਮਿਲੀਅਨ ਦਾ ਵਰਲਡ ਬੈਂਕ ਤੋਂ ਕਰਜ਼ੇ ਲਈ ਵੀ ਅਪਰੂਵਲ ਲਈ ਹੈ। ਪੰਜਾਬ ਸਿਰ ਪਹਿਲਾਂ ਹੀ ਲਗਭਗ 2.5-3 ਲੱਖ ਕਰੋੜ ਦਾ ਕਰਜ਼ਾ ਹੈ, ਅਤੇ ਉਹ ਹੁਣ ਪਤਾ ਨਹੀਂ ਕਿਵੇਂ ਉਹਦਾ ਜੇ ਕਰਜ਼ਾ ਆ ਗਿਆ ਪੈਸੇ ਤਾਂ ਸ਼ਾਇਦ ਚੋਣਾਂ 'ਚ ਕੰਮ ਆ ਜੇ, ਵੀ ਪਿੰਡਾਂ ਨੂੰ ਵੰਡ ਦੇਣਗੇ, ਇੱਧਰ ਉੱਧਰ ਕਰਨਗੇ। ਅਤੇ ਇੱਕ ਇਹ ਵੀ ਹੈ ਕਿ ਉਹ ਸਫਾਈ ਕਰਮਚਾਰੀਆਂ ਦੀ ਐਜੀਟੇਸ਼ਨ ਚੱਲ ਰਹੀ ਹੈ, ਸ਼ਹਿਰਾਂ ਦੇ ਵਿੱਚ ਨਹੀਂ ਉਹ ਉਠਾ ਰਹੇ। ਉਹਨਾਂ ਨੇ ਇੱਕ ਫੈਸਲਾ ਕੀਤਾ ਕਿ ਜਿਹੜੇ ਰੈਗੂਲੇਸ਼ਨ ਨੇ, ਰੂਲਜ਼ ਨੇ, ਨਿਯਮ ਨੇ, ਨਰਮ ਕਰੋ, ਅਤੇ ਕਾਨੂੰਨ ਬਣਾਉਣ ਲਈ ਜਲਦੀ ਤਿਆਰ ਕਰਨ ਲਈ ਕਿਹਾ ਪਰਸਨਲ ਡਿਪਾਰਟਮੈਂਟ ਨੂੰ ਵੀ ਉਹਨਾਂ ਨੂੰ ਪੱਕੇ ਕਰਨਾ ਹੈ। ਪਰ ਮੈਨੂੰ ਨਹੀਂ ਪਤਾ ਉਹ 'ਚ ਗਿਣਤੀ ਨਹੀਂ ਦਿੱਤੀ ਕਿੰਨੇ ਨੇ। ਉਹਦੇ 'ਚ ਨਾਲ ਸ਼ਰਤ ਇਹ ਲਾਤੀ ਹੈ ਕਿ ਜਿਹੜੇ ਬੰਦੇ ਆਊਟਸੋਰਸਿੰਗ ਰਾਹੀਂ ਠੇਕੇਦਾਰਾਂ ਦੇ ਥਰੂ ਕੰਮ ਕਰਦੇ ਨੇ ਉਹ ਤਾਂ ਪੱਕੇ ਨਹੀਂ ਹੋਣਗੇ, ਪੱਕੇ ਦੂਜੇ ਬੰਦੇ ਹੋਣਗੇ ਜਿਹੜੇ ਲੀਗਲੀ। ਉਹਨਾਂ ਦਾ ਨੰਬਰ ਕਿੰਨਾ ਹੈ ਹੁਣ ਸਫਾਈ ਕਰਮਚਾਰੀਆਂ ਤੋਂ, ਉਹ ਤੋਂ ਬਾਅਦ ਪਤਾ ਲੱਗੇ ਕਿ ਇੰਨੀ ਗਿਣਤੀ ਹੈ, ਇੰਨੀ ਨਹੀਂ ਹੈ, ਇੰਨਾ ਸਿਸਟਮ ਇਹ ਹੋਏਗਾ। ਅਧਿਆਪਕ ਮਤਲਬ ਐਜੀਟੇਸ਼ਨ ਕਰ ਰਹੇ ਨੇ ਵੱਖ-ਵੱਖ ਕਾਰਨਾਂ ਕਰਕੇ।
ਹੋਰ ਬਹੁਤ ਲੋਕ ਨੇ ਜਿਹੜੇ ਘਰ ਘਰ ਨੌਕਰੀ ਇਹਦੇ ਨਾਲ ਤਾਂ ਨਹੀਂ ਬਣਨੀ। ਘਰ ਘਰ ਨੌਕਰੀ ਲਈ ਤਾਂ ਬਹੁਤ ਲੋਕ ਬੇਰੁਜ਼ਗਾਰ ਤੁਰੇ ਫਿਰਦੇ ਨੇ, ਵੱਖ-ਵੱਖ ਵਰਗਾਂ ਦੇ ਨੇ, ਔਰ ਉਹ ਵੀ ਤੁਸੀਂ ਨਹੀਂ ਦੇ ਰਹੇ। ਪਰ ਇਸ ਗੱਲ ਕਰਕੇ ਕੈਬਨਿਟ ਦੇ ਵਿੱਚ ਜ਼ਰੂਰ ਹੈ ਕਿ ਪਹਿਲੀ ਵਾਰ ਕੈਬਨਿਟ ਦੇ ਵਿੱਚ ਉਹ ਸਾਰੇ ਮੰਤਰੀ ਜਿਹੜੇ ਅਲੱਗ-ਅਲੱਗ ਮਿਲ ਰਹੇ ਸੀ ਅਮਰਿੰਦਰ ਦੇ ਖਿਲਾਫ, ਹੁਣ ਅੱਜ ਇਕੱਠੇ ਬੈਠੇ ਦਿਖਾਈ ਦਿੱਤੇ ਬੈਠ ਰਹੇ ਨੇ। ਇਹਦਾ ਮਤਲਬ ਇਹ ਹੋ ਗਿਆ ਕਿ ਕੁਛ ਨਾ ਕੁਛ ਚੀਜ਼ਾਂ ਐਡਜਸਟ ਕਰਕੇ ਮਿਨਿਸਟਰੀ ਦੇ ਵਿੱਚ ਅਮਰਿੰਦਰ ਦੀ ਇਹ ਕੈਬਨਿਟ ਉਦੋਂ ਬਾਅਦ ਦੀ ਪਹਿਲੀ ਕੈਬਨਿਟ ਹੈ ਜਿਹਦੇ 'ਚ ਪੋਲੀਟੀਕਲ ਸੈਟਲਮੈਂਟ ਦੀ ਗੱਲ ਜ਼ਿਆਦਾ ਹੈ ਅਤੇ ਲੋਕਾਂ ਦੀ ਸੈਟਲਮੈਂਟ ਦੀ ਗੱਲ ਘੱਟ ਨਜ਼ਰ ਆਉਂਦੀ ਹੈ। ਵੀ ਇਕੱਠੇ ਹੋ ਕੇ ਇਲੈਕਸ਼ਨ 'ਚ ਜਾਓ ਜਾਂ ਬਾਕੀ ਚੀਜ਼ਾਂ ਕਰੋ ਉਸ ਪੱਧਰ ਦੇ ਉੱਤੇ। ਸੱਤਾ ਲੈਣ ਲਈ ਮਤਲਬ ਸਾਰੇ ਇਕੱਠੇ ਹੋ ਗਏ। ਸੱਤਾ ਲੈਣ ਲਈ ਉਹ ਇਕੱਠੇ ਨੇ। ਇੱਕ ਦੋ ਇਤਰਾਜ਼ ਨੇ, ਕੁਝ ਮੰਤਰੀਆਂ ਨੇ ਕਿਹਾ ਸੀ, ਅੱਜ ਖਬਰ ਛਪੀ ਹੈ ਕਿ ਜੀ ਜਿਹੜੇ ਮੁੱਖ ਮੰਤਰੀ ਦੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਨੇ ਉਹ ਮੀਟਿੰਗ 'ਚ ਨਹੀਂ ਆਉਣੇ ਚਾਹੀਦੇ। ਐਡਵੋਕੇਟ ਜਨਰਲ ਦੀਆਂ 23 ਜਿਹੜੇ ਦਫ਼ਤਰ ਦੀਆਂ 23 ਪੋਸਟਾਂ ਵਾਰਸ ਕਰਤੀਆਂ ਅਤੇ ਉਹਦੀ ਵਾਈਫ ਨੇ ਅਸਤੀਫਾ ਦੇ ਦਿੱਤਾ। ਜਿਹੜੀਆਂ ਖਬਰਾਂ ਛਪੀਆਂ ਨੇ, ਜਿਹੜੇ ਜਿੱਥੇ ਜਿੱਥੇ ਥੋੜ੍ਹਾ ਅਸੀਂ ਵੀ ਹੇਠਾਂ ਚੱਲ ਥੋੜ੍ਹਾ ਬਹੁਤ ਠੀਕ ਠਾਕ ਕਰਕੇ ਜਿਨ੍ਹਾਂ ਦੇ ਇਤਰਾਜ਼ ਨੇ ਪੂਰੇ ਕਰਕੇ, ਪਰ ਜਿਹੜੇ ਵੱਡੇ ਮਾਮਲੇ ਸੀ ਕਿ ਉਹਨੂੰ ਹਟਾ ਕੇ ਮੈਂ ਬਣਾ, ਉਹਨੂੰ ਹਟਾ ਕੇ ਮੈਂ ਬਣਾ, ਸ਼ਾਇਦ ਉਹ ਨਹੀਂ ਹੋਣਗੇ। ਸਾਰਾ ਕੁਝ ਹੀ ਸੱਤਾ ਲਈ ਇਕੱਠਾ ਹੈ। ਸਾਡੇ ਤਾਂ ਕੋਈ ਬੰਦੇ ਹੀ ਆਉਂਦੇ ਨੇ, ਟਿਕਟ ਮੈਨੂੰ ਮਿਲੇ, ਮੰਤਰੀ ਮੈਂ ਬਣਾ, ਚੇਅਰਮੈਨ ਮੈਂ ਬਣਾ, ਮੈਂ ਬਾਕੀ ਸਾਰੇ ਗੱਲਾਂ, ਅਤੇ ਅਜੇ ਤੱਕ ਅਪੁਆਇੰਟਮੈਂਟਾਂ ਹੋ ਜਾਂਦੀਆਂ ਨੇ। 6 ਮਹੀਨੇ ਸਰਕਾਰ ਦੇ ਕੰਮਕਾਜ ਦੇ ਬੱਚੇ ਨੇ, ਕੋਈ ਕਿਸੇ ਉਹਦਾ ਕਾਰਪੋਰੇਸ਼ਨ ਦਾ ਚੇਅਰਮੈਨ ਲੱਗ ਰਿਹਾ, ਕੋਈ ਕਾਸੇ ਦਾ ਚੇਅਰਮੈਨ ਲੱਗ ਰਿਹਾ। ਇਹ ਖਜ਼ਾਨੇ ਦੀ ਲੁੱਟ ਹੈ। ਦੂਜੇ ਪਾਸੇ ਜੇ ਦੇਖਿਆ ਜਾਏ, ਔਰ ਜੇ ਤੁਸੀਂ ਦੇਖਦੇ ਹੋ ਕਰੋਨਾ 'ਚ ਕਿੰਨੇ ਬੰਦੇ ਮਰੇ ਨੇ, ਕਈ ਬੱਚਿਆਂ ਦਾ ਇੱਕ ਕਿਸੇ ਦਾ ਬਾਪ ਚਲਾ ਗਿਆ, ਕਿਸੇ ਦੀ ਮਾਂ ਚਲੀ ਗਈ, ਕਿਸੇ ਦੇ ਦੋਨੋਂ ਚਲੇ ਗਏ। ਕੋਈ ਪਾਲਿਸੀ ਨਹੀਂ ਸਾਡੇ ਕੋਲ। ਘੱਟੋ ਘੱਟ ਪੀੜਤ ਪਰਿਵਾਰਾਂ ਨੂੰ ਕੋਈ ਰਾਹਤ ਦੀ ਪਾਲਿਸੀ ਹੋਵੇ, ਕੋਈ ਸੁਣਵਾਈ ਨਹੀਂ ਕਿਸੇ ਤਰੀਕੇ ਦੀ। ਉੱਧਰ ਤਾਂ ਕੋਈ ਧਿਆਨ ਹੀ ਨਹੀਂ, ਖੈਰ ਉੱਧਰ ਦਾ ਤਾਂ ਕੋਈ ਮੁੱਦਾ ਵੀ ਨਹੀਂ ਉਠਾਉਂਦਾ। ਉਹ ਕਹਿੰਦਾ ਵੀ ਮੇਰੀ ਗੱਲ ਨਹੀਂ ਸੁਣੇਗੀ, ਇਸ ਕਰਕੇ ਮੈਂ ਤੇਰੇ ਨਾਲ ਨਾਰਾਜ਼ ਹਾਂ। ਜਨਤਕ ਗੱਲ ਦੇ ਵਿੱਚ ਲੋਕਾਂ ਦੀ ਪੀੜਾ ਜਿਹੜੀ ਆ ਬਹੁਤ ਹੱਦ ਤੱਕ ਹੈ। ਔਰ ਪੰਜਾਬ ਇੱਕ ਸਪੈਸ਼ਲ ਕੇਸ ਹੈ। ਬੜੇ ਲੰਮੇ ਸਮੇਂ ਬਾਅਦ ਇੱਥੋਂ ਬੜਾ ਵੱਡਾ ਅੰਦੋਲਨ ਉੱਠਿਆ। ਯੂਪੀ, ਉੱਤਰਾਖੰਡ, ਮਨੀਪੁਰ ਔਰ ਗੋਆ ਦੀਆਂ ਵੀ ਚੋਣਾਂ ਪੰਜਾਬ ਦੇ ਨਾਲ ਨੇ। ਉੱਥੇ ਕੋਈ ਬਹੁਤ ਵੱਡੀ ਦਿੱਕਤ ਨਹੀਂ ਕਿਸਾਨੀ ਨੂੰ। ਉੱਥੇ ਤਾਂ ਬੀਜੇਪੀ ਸਰਕਾਰ ਹੈ। ਇਹਨਾਂ ਦਾ ਨਾਰਾ ਹੁਣ ਤੋਂ ਹੀ ਕਲੀਅਰ ਹੈ ਕਿ ਜਿਹੜਾ ਬੀਜੇਪੀ ਨੂੰ ਹਰਾਊ ਉਹਨੂੰ ਵੋਟਾਂ ਪਾ ਦਿਓ। ਪੰਜਾਬ ਇੱਕ ਅਲੱਗ ਗੱਲ ਹੈ, ਕਿਉਂਕਿ ਸਾਡੇ ਸਾਰੇ ਬੰਦੇ ਹੀ ਮਿਸ਼ਨ 22 ਤੇ ਪੈ ਗਏ। ਇੱਕ ਵੀ ਧਿਰ ਇਹੋ ਜਿਹੀ ਨਜ਼ਰ ਨਹੀਂ ਆਉਂਦੀ ਕਿ ਪੰਜਾਬ ਦੇ ਏਜੰਡੇ 'ਤੇ, ਲੋਕਾਂ ਦੇ ਏਜੰਡੇ 'ਤੇ ਖੜ੍ਹ ਕੇ ਪਹਿਲਾਂ ਗੱਲ ਕਰਦੀ ਹੋਵੇ, ਉਹਦੇ 'ਤੇ ਕੋਈ ਅੰਦੋਲਨ ਕਰ ਰਹੀ ਹੋਵੇ ਅਤੇ ਉਸ ਤੋਂ ਬਾਅਦ ਵੋਟਾਂ ਮੰਗੇ। ਇਹ ਸਾਡੇ ਕੈਬਨਿਟ, ਚਾਹੇ ਮਿਨਿਸਟਰੀ ਇਹ ਹੋਵੇ ਚਾਹੇ ਉਹ ਹੋਵੇ, ਅਮਰਿੰਦਰ ਸਿੰਘ ਨੂੰ ਲੱਗਣ ਲੱਗ ਗਿਆ ਸੀ ਕਿਸਾਨ ਦਿੱਲੀ ਗਏ ਨੇ ਅਤੇ ਚਲੋ ਆਪਾਂ ਜਿੱਤ ਜਾਵਾਂਗੇ, ਅਤੇ ਬਾਕੀਆਂ ਨੂੰ ਲੱਗਦਾ ਆਪਾਂ ਸ਼ਾਇਦ ਹੁਣ ਅਮਰਿੰਦਰ ਸਿੰਘ ਦੇ ਕਾਂਗਰਸੀਆਂ ਨੂੰ ਘੇਰ ਰਹੇ ਨੇ, ਸ਼ਾਇਦ ਆਪਾਂ ਬਣ ਜਾਵਾਂਗੇ। ਪਰ ਜਦੋਂ ਫੀਲਡ ਦੇ ਵਿੱਚ ਲੱਗਿਆ ਸਭ ਨੂੰ ਘੇਰ ਰਹੇ ਨੇ, ਤਾਂ ਮੈਨੂੰ ਤਾਂ ਲੱਗਦਾ ਕਿ ਹਰ ਪਾਰਟੀ ਇਹ ਚਾਹੁੰਦੀ ਹੈ ਪੰਜਾਬ ਦੀ ਨਹੀਂ, ਦੇਸ਼ ਦੀ ਜਿਹੜੀਆਂ ਸੱਤਾਧਾਰੀ ਪਾਰਟੀਆਂ ਨੇ, ਕਿ ਉਹ ਕਿਸਾਨ ਅੰਦੋਲਨ ਸਫਲ ਨਾ ਹੋਵੇ। ਜੇ ਸਫਲ ਹੋ ਗਿਆ ਤਾਂ ਸਿਆਸਤ ਇਹੋ ਜਿਹੀ ਨਹੀਂ ਰਹਿਣੀ ਜਿਹੋ ਜਿਹੀ ਸਿਆਸਤ ਉਹ ਕਰ ਰਹੇ ਨੇ। ਇਹਦੇ 'ਚ ਤਬਦੀਲੀ ਸੰਭਵ ਹੈ। ਆਨੰਦਮਈ ਸਿਆਸਤ ਨਹੀਂ ਹੋਣੀ ਹੁਣ। ਦੋਸਤੋ, ਇਹ ਸੀ ਹਮੀਰ ਸਿੰਘ ਹੋਰੀ। ਇੱਕ ਮੈਂ ਚੱਲਦੇ ਗੱਲ ਦੱਸੂੰਗਾ ਪੰਜਾਬ ਸਰਕਾਰ ਦੀ ਦੂਰਅੰਦੇਸ਼ੀ, ਬਈ ਜਿਹੜੇ ਓਲੰਪਿਕ ਦੇ ਵਿੱਚ, ਟੋਕੀਓ ਓਲੰਪਿਕ 'ਚ ਸੋਨ ਤਗਮਾ ਪੰਜਾਬ ਦੇ ਖਿਡਾਰੀ ਜਿੱਤਣਗੇ, ਉਹਨਾਂ ਨੂੰ 2.25 ਕਰੋੜ ਦਾ ਇਨਾਮ ਦਿੱਤਾ ਜਾਊਗਾ। ਪਰ ਮੈਨੂੰ ਇਹ ਲੱਗਦਾ ਹੈ ਵੀ ਜੇ ਇਹ ਇਨਾਮ ਪਿਛਲੀਆਂ ਓਲੰਪਿਕ ਖਤਮ ਹੋਣ ਤੋਂ ਤੁਰੰਤ ਬਾਅਦ ਰੱਖਿਆ ਜਾਂਦਾ, ਅਤੇ ਅੱਜ ਉਹ ਕਈ ਨੌਜਵਾਨ ਜਾਂ ਮੁਟਿਆਰਾਂ ਕਿੰਨਾ ਜ਼ੋਰ ਲਾ ਕੇ ਅੱਜ ਉੱਥੇ ਓਲੰਪਿਕ 'ਚ ਕੁਆਲੀਫਾਈ ਕਰਕੇ ਪੰਜਾਬ ਦਾ ਨਾਂ ਚਮਕਾ ਸਕਦੀਆਂ ਸੀ। ਪਰ ਐਨ ਮੌਕੇ 'ਤੇ ਆ ਕੇ ਪਤਾ ਨਹੀਂ ਲੱਗਦਾ ਵੀ ਇਹ ਕਿਉਂ ਐਨ ਮੌਕੇ 'ਤੇ ਇਨਾਮਾਂ ਦੀ ਐਲਾਨ ਕੀਤਾ ਜਾਂਦਾ। ਕੱਲ੍ਹ ਫਿਰ ਮਿਲਾਂਗੇ। ਬਹੁਤ ਬਹੁਤ ਧੰਨਵਾਦ।